ਇਸ ਵੇਲੇ ਦੀ ਹੁਣ ਤਾਜ਼ਾ ਖਬਰ ਇਹ ਹੈਗੀ ਕਿ ਸ਼ੰਭੂ ਬਾਰਡਰ ਦੇ ਉੱਤੇ ਜੋ ਲੋਕ ਨੇ ਉਹ ਇਕੱਠਾ ਹੋਣਾ ਸ਼ੁਰੂ ਹੋ ਗਏ ਨੇ ਐਂਡ ਉੱਥੇ ਪ੍ਰੋਟੈਸਟ ਕਰਨ ਜਾ ਰਹੇ ਨੇ। ਉਹ ਕਹਿ ਰਹੇ ਨੇ ਕਿ ਲਾਈਕ ਉੱਥੋਂ ਦੇ ਜੋ ਟੋਲ ਪਲਾਜ਼ਾ ਹੈ ਉਹਨਾਂ ਨੇ ਉਹ ਲੋਕਾਂ ਨੂੰ ਟੋਲ ਪਲਾਜ਼ਾ ਕਟਵਾਉਣ ਮਤਲਬ ਟੈਕਸ ਪੇ ਕਰਨ ਨਹੀਂ ਦੇਣਾ। 1 ਸਾਲ ਬਾਅਦ ਕੀ ਪਤਾ ਉਹ ਮੁੱਲ ਘਟਾ ਦਿੱਤਾ ਜਾਵੇ, ਦੂਜੇ ਸਾਲ ਹੋਰ ਘਟਾ ਦਿੱਤਾ ਜਾਵੇ ਤੇ ਤੀਜੇ ਸਾਲ ਲਾਈਕ ਕੋਈ ਮੁੱਲ ਹੀ ਨਾ ਪਾਵੇ, ਫਿਰ ਕਿਸਾਨ ਕੀ ਕਰੂਗਾ? ਭੁੱਖਾ ਮਰੂਗਾ। ਸੋਚਣ ਵਾਲੀ ਗੱਲ ਆ। ਹੁਣ ਜਿੱਦਾਂ ਹੀ ਹੁਣ ਨੋਟਬੰਦੀ ਹੋਈ ਸੀ, ਠੀਕ ਆ, ਇਹ ਮੁੱਦਾ ਵੀ ਨਾਲ ਹੀ ਚੱਲ ਰਿਹਾ। ਨੋਟਬੰਦੀ ਹੋਈ ਸੀਗੀ ਤੇ ਅੰਬਾਨੀ ਨੇ ਪਹਿਲਾਂ ਹੀ ਕਿੱਦਾਂ ਜੀਓ ਸਿਮ ਲਾਂਚ ਕਰਤੀ ਸੀ, ਫ੍ਰੀ ਡਾਟਾ ਕਰਦਾ ਸੀਗਾ। ਜੇ ਇੱਕ ਤਰ੍ਹਾਂ ਆਪਾਂ ਦੇਖਿਆ ਜਾਵੇ ਤਾਂ ਉਹਨੇ ਆਪਣੀ ਬਲੈਕ ਮਨੀ ਨੂੰ ਵਾਈਟ ਕੀਤਾ ਸੀ ਇੱਦਾਂ ਇਹਦੇ ਥਰੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਰਮਨ ਢਿੱਲੋਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਮੈਂ ਹਮੇਸ਼ਾ ਇੱਕ ਨਵਾਂ ਕੋਈ ਟੌਪਿਕ ਲੈ ਕੇ ਆਉਂਦੀ ਹਾਂ। ਸੋ ਅੱਜ ਮੈਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨ ਜਾ ਰਹੀ ਹਾਂ, ਸੋ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ ਐਂਡ ਸਰਕਾਰਾਂ ਇਹਦੇ ਉੱਤੇ ਧਿਆਨ ਨਹੀਂ ਦੇ ਰਹੀਆਂ। ਇਹਨੂੰ ਲਾਈਕ ਕਹਿ ਸਕਦੇ ਹਾਂ ਕਿ ਇਹਨੂੰ ਇਗਨੋਰ ਕਰ ਰਹੀਆਂ ਆ, ਇਗਨੋਰ ਕੀਤਾ ਜਾਂਦਾ ਆ ਇਹਨਾਂ ਗੱਲਾਂ ਨੂੰ। ਸੋ ਪਹਿਲਾ ਮੁੱਦਾ ਜਿਹਦੇ ਬਾਰੇ ਅਸੀਂ ਗੱਲ ਕਰਦੇ ਹਾਂ, ਪਹਿਲਾ ਮੁੱਦਾ ਤਾਂ ਇਹੀ ਹੈਗਾ ਕਿ ਜੋ ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ, ਜੋ ਖੇਤੀ ਆਰਡੀਨੈਂਸ ਜੋ ਪਾਸ ਕੀਤਾ ਗਿਆ ਆ ਅਤੇ ਉਹਦੇ ਕਰਕੇ ਪੰਜਾਬ ਦੇ ਵਿੱਚ ਮਾਹੌਲ ਜੋ ਹੈਗਾ ਆ ਉਹ ਕਾਫੀ ਖਰਾਬ ਹੁੰਦਾ ਨਜ਼ਰ ਆ ਰਿਹਾ ਸਾਰਿਆਂ ਨੂੰ। ਐਂਡ ਇਸ ਵੇਲੇ ਦੀ ਹੁਣ ਤਾਜ਼ਾ ਖਬਰ ਇਹ ਹੈਗੀ ਕਿ ਸ਼ੰਭੂ ਬਾਰਡਰ ਦੇ ਉੱਤੇ ਜੋ ਲੋਕ ਨੇ ਉਹ ਇਕੱਠਾ ਹੋਣਾ ਸ਼ੁਰੂ ਹੋ ਗਏ ਨੇ ਐਂਡ ਉੱਥੇ ਪ੍ਰੋਟੈਸਟ ਕਰਨ ਜਾ ਰਹੇ ਨੇ। ਉਹ ਕਹਿ ਰਹੇ ਨੇ ਕਿ ਲਾਈਕ ਉੱਥੋਂ ਦੇ ਜੋ ਟੋਲ ਪਲਾਜ਼ਾ ਹੈ ਉਹਨਾਂ ਨੇ ਉਹ ਲੋਕਾਂ ਨੂੰ ਟੋਲ ਪਲਾਜ਼ਾ ਕਟਵਾਉਣ ਮਤਲਬ ਟੈਕਸ ਪੇ ਕਰਨ ਨਹੀਂ ਦੇਣਾ, ਜੋ ਅਸੀਂ ਮਤਲਬ ਕਟਵਾਉਂਦੇ ਆ ਆਪਣਾ, ਉਹਨਾਂ ਨੇ ਟੋਲ ਪਲਾਜ਼ਾ ਕਟਵਾਉਣ ਨਹੀਂ ਉੱਥੇ ਦੇਣਾ ਲੋਕਾਂ ਨੂੰ ਐਂਡ ਐਵੇਂ ਫ੍ਰੀ ਲੰਘਵਾਉਣਗੇ ਉਹ। ਐਂਡ ਅਸੀਂ ਥੋੜ੍ਹਾ ਝਾਤ ਮਾਰ ਲੈਂਦੇ ਹਾਂ ਕਿ ਖੇਤੀ ਆਰਡੀਨੈਂਸ ਜੋ ਸੀਗਾ, ਜੋ ਪਾਸ ਕੀਤਾ ਗਿਆ ਸੀ ਪਹਿਲਾਂ ਤਾਂ ਇਹ ਲਾਈਕ ਬਿੱਲ ਸੀਗਾ ਹੈ ਨਾ, ਬਿੱਲ ਪਾਸ ਕੀਤਾ ਗਿਆ ਸੀ ਜੋ ਸਾਡੇ ਪ੍ਰਾਈਮ ਮਿਨਿਸਟਰ ਜੀ ਨੇ, ਨਰਿੰਦਰ ਮੋਦੀ ਜੀ ਨੇ ਕੀਤਾ ਸੀਗਾ। ਐਂਡ ਜਦੋਂ ਇਹ ਪ੍ਰੈਜ਼ੀਡੈਂਟ ਸਰ ਨੇ ਜਦੋਂ ਉੱਤੇ ਹੁਣ ਸਾਈਨ ਕਰ ਦਿੱਤੇ ਨੇ, ਹੁਣ ਉਹ ਕੀ ਆ ਕਿ ਇੱਕ ਲਾਅ ਬਣ ਚੁੱਕਾ, ਇੱਕ ਕਾਨੂੰਨ ਬਣ ਚੁੱਕਾ ਆ, ਠੀਕ ਹੈ ਜੀ। ਸੋ ਇਹਦੇ ਵਿੱਚ ਕੀ ਹੈ ਕਿ ਜੋ ਕਿਸਾਨ ਹੈਗਾ ਆ, ਠੀਕ ਆ, ਉਹ ਹੁਣ ਜਿੱਦਾਂ ਹੁਣ ਪਹਿਲਾਂ ਉਹ ਆਪਣੀ ਫਸਲ ਜਿੱਦਾਂ ਕਿ ਕੋਈ ਵੀ ਹੁੰਦੀ ਸੀ, ਕਣਕ ਜਾਂ ਮੱਕੀ ਵਾਟਐਵਰ ਜੋ ਵੀ ਹੁੰਦਾ ਸੀਗਾ, ਉਹ ਪਹਿਲਾਂ ਮਤਲਬ ਕਿ ਆੜ੍ਹਤੀਆਂ ਨੂੰ ਮਤਲਬ ਕਿ ਆੜ੍ਹਤੀ ਉਹਨਾਂ ਨੂੰ ਪੈਸੇ ਦਿੰਦੇ ਸੀ, ਪੇ ਕਰਦੇ ਸੀਗੇ, ਠੀਕ ਹੈ। ਹੁਣ ਇੱਥੇ ਕੀ ਕੀਤਾ ਜਾ ਰਿਹਾ, ਪ੍ਰਾਈਵੇਟਾਈਜੇਸ਼ਨ ਕੀਤਾ ਜਾ ਰਿਹਾ ਉਹਨਾਂ ਵੱਲੋਂ, ਲਾਈਕ ਸਰਕਾਰ ਵੱਲੋਂ। ਇਹ ਜੋ ਸੈਕਟਰ ਹੈਗਾ ਆ ਲਾਈਕ ਜੋ ਸਰਕਾਰ ਖਰੀਦਦੀ ਸੀਗੀ, ਇੱਕ ਜੋ ਮਤਲਬ ਮੁੱਲ ਸੀ ਉਹ ਬੱਜਾ ਤੈਅ ਕੀਤਾ ਹੁੰਦਾ ਸੀਗਾ। ਸੋ ਸਰਕਾਰ ਨੂੰ ਉਹੀ ਮੁੱਲ 'ਤੇ ਜੋ ਸੀ ਕਿ ਉਹ ਫਸਲ ਖਰੀਦਣੀ ਪੈਂਦੀ ਸੀ, ਪਰ ਹੁਣ ਸਰਕਾਰ ਨੇ ਕੀ ਕੀਤਾ ਕਿ ਇਹਦਾ ਪ੍ਰਾਈਵੇਟਾਈਜੇਸ਼ਨ ਕਰਤਾ ਆ, ਮਤਲਬ ਹੋ ਜਾਣਾ ਆ। ਸੋ ਉਹਦੇ ਨਾਲ ਕੀ ਹੋਊਗਾ, ਜੋ ਆੜ੍ਹਤੀਏ ਸੀਗੇ ਉਹ ਸਾਰੇ ਉਹਨਾਂ ਦਾ ਜੋ ਕੰਮ ਆ ਉਹ ਖ਼ਤਮ ਹੋ ਜਾਣਾ ਆ, ਠੀਕ ਆ ਜੀ। ਸੋ ਜੋ ਵੱਡੀ ਜਿੱਦਾਂ ਹੁਣ ਕੰਪਨੀਆਂ ਹੋਣਗੀਆਂ, ਲਾਈਕ ਜਿੱਦਾਂ ਹੁਣ ਮੈਂ ਐਗਜ਼ੈਂਪਲ ਦੇ ਦਿੰਦੀ ਹਾਂ, ਜਿੱਦਾਂ ਹੁਣ ਜੀਓ ਹੀ ਫੋਨ ਆਇਆ ਸੀਗਾ, ਠੀਕ ਆ ਜੀ, ਅਤੇ ਸਟਾਰਟਿੰਗ 'ਚ ਕੀ ਸੀ, 1 ਸਾਲ ਅਸੀਂ ਫ੍ਰੀ ਡਾਟਾ ਯੂਜ਼ ਕੀਤਾ, ਠੀਕ ਆ। ਐਂਡ ਫ੍ਰੀ ਡਾਟਾ ਯੂਜ਼ ਕਰਨ ਦੇ ਨਾਲ ਕੀ ਹੋਇਆ, ਜਿੰਨੇ ਵੀ ਇਹਦੇ ਕਸਟਮਰ ਸੀਗੇ, ਜਿੰਨੇ ਵੀ ਲੋਕ ਸੀਗੇ ਜੋ ਕਿ ਡਿਫਰੈਂਟ ਸਿਮ ਕਾਰਡ ਯੂਜ਼ ਕਰਦੇ ਸੀਗੇ, ਉਹ ਲੋਕ ਉਹਨਾਂ ਚੀਜ਼ਾਂ ਨੂੰ, ਉਹਨਾਂ ਸਿਮ ਕਾਰਡਸ ਨੂੰ ਛੱਡ ਕੇ ਜੀਓ ਖਰੀਦ ਲਿਆ ਸਾਰਿਆਂ ਨੇ ਐਂਡ ਉਹਨੂੰ ਯੂਜ਼ ਕਰਨ ਲੱਗ ਗਏ। ਐਂਡ 1 ਸਾਲ ਅਸੀਂ ਖੂਬ ਨਜ਼ਾਰੇ ਲਏ ਸਿਮ ਕਾਰਡ ਦੇ, ਓਕੇ। ਐਂਡ 1 ਸਾਲ ਤੱਕ ਜਦੋਂ ਅਸੀਂ ਯੂਜ਼ ਕੀਤਾ ਐਂਡ ਅਸੀਂ ਉਹਦੇ ਆਦੀ ਹੋ ਗਏ। ਫਿਰ 1 ਸਾਲ ਬਾਅਦ ਕੀ ਕੀਤਾ, ਸਾਨੂੰ ਡਾਟਾ ਯੂਜ਼ ਕਰਨ ਵਾਸਤੇ ਥੋੜ੍ਹੇ ਪੈਸੇ ਪਵਾਉਣੇ ਪਏ,
ਠੀਕ ਆ, ਉਹਦਾ ਇੱਕ ਮੁੱਲ ਰੱਖ ਦਿੱਤਾ ਕਿ ਤੁਹਾਨੂੰ ਜੇ ਤੁਸੀਂ ਯੂਜ਼ ਕਰਨਾ ਆ ਡਾਟਾ ਦੈਨ ਯੂ ਹੈਵ ਟੂ ਪੇ ਦਿਸ ਮਚ ਆਫ ਅਮਾਊਂਟ, ਓਕੇ। ਦੈਨ ਉਸ ਤੋਂ ਬਾਅਦ ਥੋੜ੍ਹਾ ਹੋਰ ਅਮਾਊਂਟ ਵਧਿਆ, ਫਿਰ ਹੋਰ ਅਮਾਊਂਟ ਵਧਿਆ, ਫਿਰ ਹੋਰ ਅਮਾਊਂਟ ਵਧਿਆ। ਹੁਣ ਅਸੀਂ ਇੰਨੇ ਕੁ ਜ਼ਿਆਦਾ ਹੈਬਿਚੁਅਲ ਹੋ ਚੁੱਕੇ ਹਾਂ ਕਿ ਸਾਡਾ ਜੀਓ ਬਿਨਾਂ ਸਰਦਾ ਨਹੀਂ ਆ, ਠੀਕ ਆ। ਔਰ ਬਾਕੀ ਕੰਪਨੀਆਂ ਘਾਟੇ 'ਚ, ਮਤਲਬ ਕਿ ਇੱਕ ਤਰ੍ਹਾਂ ਕਹਿ ਸਕਦੇ ਕਿ ਦੀਵਾਲੀਆਂ ਹੋ ਗਈਆਂ। ਏਅਰਟੈਲ ਵਗੈਰਾ ਇਹ ਸਾਰੇ ਜਿਹੜੇ ਸੀਗੇ ਯੂਜ਼ਰ, ਇਹਨਾਂ ਦਾ ਯੂਜ਼ ਕਰਨਾ ਬੰਦ ਕਰਤਾ। ਬੰਦ ਇਨ ਦਾ ਸੈਂਸ ਕਿ ਥੋੜ੍ਹਾ ਕਰਤਾ। ਹੁਣ ਲੋਕ ਮੋਸਟਲੀ ਜੀਓ ਯੂਜ਼ ਕਰਦੇ ਨੇ, ਠੀਕ ਹੈ। ਅਤੇ ਇਹਦੇ ਨਾਲ ਕੀ ਹੋਇਆ ਕਿ ਬਹੁਤ ਘਾਟਾ ਪਿਆ, ਠੀਕ ਆ। ਹੁਣ ਜੇ ਅਸੀਂ ਇੱਦਾਂ ਹੀ ਜੇ ਕਿਸਾਨ ਮੰਨ ਲਓ, ਜੇ ਕਿਸਾਨ ਹੁਣ ਜਿੱਦਾਂ ਵੱਡੀਆਂ ਕੰਪਨੀਆਂ ਨੂੰ ਇਹ ਵੇਚਣਗੇ ਆਪਣੀਆਂ, ਠੀਕ ਹੈ, ਫਸਲਾਂ ਵੇਚਣਗੇ। ਜੇ ਮੰਨ ਲਓ ਪਹਿਲੇ ਸਾਲ ਇਹ ਵੱਡੀਆਂ ਕੰਪਨੀਆਂ ਨੇ, ਠੀਕ ਆ, ਇਹਨਾਂ ਨੂੰ ਮੁੱਲ ਵਧੀਆ ਦੇ ਦਿੱਤਾ, ਠੀਕ ਆ, ਕਿਸਾਨ ਤਾਂ ਬਹੁਤ ਖੁਸ਼ ਰਹੂਗਾ। ਲਾਈਕ ਪਹਿਲੇ ਸਾਲ 'ਚ ਤਾਂ ਇਹ ਫੇਵਰ 'ਚ ਹੀ ਰਹੂਗਾ ਕਿ ਹਾਂ ਸਾਨੂੰ ਵਧੀਆ ਮੁੱਲ ਪਿਆ ਸਾਡੀ ਫਸਲ ਦਾ, ਸਾਡੀ ਕਮਾਈ ਵਧੀਆ ਹੋ ਰਹੀ ਆ। ਪਰ 1 ਸਾਲ ਬਾਅਦ ਕੀ ਪਤਾ ਉਹ ਮੁੱਲ ਘਟਾ ਦਿੱਤਾ ਜਾਵੇ, ਦੂਜੇ ਸਾਲ ਹੋਰ ਘਟਾ ਦਿੱਤਾ ਜਾਵੇ, ਤਾਂ ਤੀਜੇ ਸਾਲ ਲਾਈਕ ਕੋਈ ਮੁੱਲ ਹੀ ਨਾ ਪਾਵੇ। ਫਿਰ ਕਿਸਾਨ ਕੀ ਕਰੂਗਾ? ਭੁੱਖਾ ਮਰੂਗਾ। ਲਾਈਕ ਆਪਣੇ ਹੀ ਫਸਲ ਦਾ ਉਹਨੂੰ ਮੁੱਲ ਨਹੀਂ ਮਿਲੂਗਾ। ਮੇਨ ਮੁੱਦਾ ਇਹ ਚੀਜ਼ ਆ। ਨਾਲੇ ਗੱਲ ਇਹ ਵੀ ਆ ਕਿ ਆਪਣੀ ਫਸਲ ਨੂੰ ਉਹ ਵੇਚ ਨਹੀਂ ਸਕਦਾ, ਠੀਕ ਆ। ਮੰਨ ਲਓ ਜਿਹੜੀ ਕੰਪਨੀ ਨੇ ਲੈਣੀ ਹੋਊਗੀ ਫਸਲ, ਉਹਦੀ ਡਿਮਾਂਡ ਮਤਲਬ ਕਿ ਮੰਨ ਲਓ ਜੇ ਤੁਹਾਨੂੰ ਉਹ ਝੂਠ ਵੀ ਕਹਿ ਸਕਦੇ ਨੇ, 2 ਸਾਲ ਬਾਅਦ ਤੁਹਾਨੂੰ ਕਹਿ ਦੇਣ ਵੀ ਹਾਂ ਤੁਹਾਡੀ ਫਸਲ ਵੀ ਵਧੀਆ ਨਹੀਂ ਹੈਗੀ, ਠੀਕ ਆ, ਅਤੇ ਅਸੀਂ ਨਹੀਂ ਵੀ ਇੰਨੇ ਰੇਟ 'ਤੇ ਇਹ ਲੈਣੀ ਹੈਗੀ, ਤਾਂ ਤੁਹਾਨੂੰ ਇਹ ਕਹਿ ਦੇਣ ਵੀ ਅਸੀਂ ਤਾਂ ਇੱਦਾਂ 1000 ਰੁਪਏ ਇੱਦਾਂ ਲੈਣੀ ਆ। ਤਾਂ ਫਿਰ ਕਿਸਾਨ ਨੇ ਤਾਂ ਹੁਣ ਰੋਟੀ ਖਾਣੀ ਆ ਨਾ, ਉਹਨੂੰ ਤਾਂ ਹੁਣ ਉਹ ਫਸਲ ਵੇਚਣੀ ਹੀ ਪਊਗੀ ਉਨੇ ਰੇਟ 'ਤੇ। ਸੋ ਇਸ ਕਰਕੇ ਅਸੀਂ ਸਾਰੇ ਇਸ ਚੀਜ਼ ਦਾ ਬੋਇਕਾਟ ਕਰਦੇ ਹਾਂ। ਅਸੀਂ ਇਸ ਫੈਸਲੇ ਦੇ ਫੇਵਰ ਵਿੱਚ ਨਹੀਂ ਹਾਂ। ਐਂਡ ਹੁਣ ਜੇ ਅਸੀਂ ਗੱਲ ਕਰੀਏ ਕਿ ਇਸ ਵੇਲੇ ਰਾਈਟ ਨਾਓ ਸ਼ੰਭੂ ਬਾਰਡਰ ਦੇ ਉੱਤੇ ਲੋਕ ਇਕੱਠੇ ਹੋ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ। ਸੋ ਹੌਲੀ ਹੁਣ ਜੋ ਲੋਕ ਨੇ ਉੱਥੇ ਪਹੁੰਚਣਾ ਸ਼ੁਰੂ ਕਰ ਰਹੇ ਨੇ। ਐਂਡ ਹੁਣ ਦੇਖਣ ਵਾਲੀ ਗੱਲ, ਟੈਨਸ਼ਨ ਵਾਲੀ ਗੱਲ ਤਾਂ ਹੁਣ ਇਹ ਆ ਕਿ ਆਉਣ ਵਾਲੇ ਸਮੇਂ 'ਚ ਦੰਗੇ ਨਾ ਹੋ ਜਾਣ, ਕਿਤੇ ਪੰਜਾਬ ਦਾ ਮਾਹੌਲ ਇੰਨਾ ਖਰਾਬ ਨਾ ਹੋ ਜਾਵੇ। ਕਿਸਾਨ ਤਾਂ ਪਹਿਲਾਂ ਹੀ ਮਾਰ ਝੱਲਦਾ ਆ ਰਿਹਾ ਆ। ਜੇ ਕਿਤੇ ਮੌਸਮ ਦੀ ਖਰਾਬੀ ਹੋ ਜਾਂਦੀ ਆ ਤਾਂ ਉਹਨੂੰ ਫਸਲ ਦਾ ਮੁੱਲ ਨਹੀਂ ਪੈਂਦਾ। ਅਤੇ ਲਾਈਕ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਆ, ਇੱਕ ਅੰਨਦਾਤਾ ਆ ਉਹ, ਅਤੇ ਅਸੀਂ ਉਹਦੇ ਹੱਕ ਕਿੱਦਾਂ ਖੋਹ ਸਕਦੇ ਹਾਂ? ਸੋਚਣ ਵਾਲੀ ਗੱਲ ਆ। ਹੁਣ ਜਿੱਦਾਂ ਹੀ ਹੁਣ ਨੋਟਬੰਦੀ ਹੋਈ ਸੀ, ਠੀਕ ਆ, ਇਹ ਮੁੱਦਾ ਵੀ ਨਾਲ ਹੀ ਚੱਲ ਰਿਹਾ। ਨੋਟਬੰਦੀ ਹੋਈ ਸੀਗੀ ਅਤੇ ਅੰਬਾਨੀ ਨੇ ਪਹਿਲਾਂ ਹੀ ਕਿੱਦਾਂ ਜੀਓ ਸਿਮ ਲਾਂਚ ਕਰਤੀ ਸੀ, ਫ੍ਰੀ ਡਾਟਾ ਕਰਤਾ ਸੀਗਾ। ਜੇ ਇੱਕ ਤਰ੍ਹਾਂ ਆਪਾਂ ਦੇਖਿਆ ਜਾਵੇ ਤਾਂ ਉਹਨੇ ਆਪਣੀ ਬਲੈਕ ਮਨੀ ਨੂੰ ਕੀ ਵਾਈਟ ਕੀਤਾ ਸੀ ਇੱਦਾਂ ਇਹਦੇ ਥਰੂ। ਇਹਦਾ ਮਤਲਬ ਕੀ ਆ ਕਿ ਸਰਕਾਰਾਂ ਵੱਡੇ ਬੰਦਿਆਂ ਨੂੰ ਪਹਿਲਾਂ ਹੀ ਦੱਸ ਦਿੰਦੀਆਂ ਨੇ ਵੀ ਅਸੀਂ ਆਹ ਕੰਮ ਕਰਨ ਜਾ ਰਹੇ ਹਾਂ, ਤਾਂ ਤੁਸੀਂ ਆਪਣੀ ਜੇ ਅਗਰ ਤੁਹਾਡੇ ਕੋਲ ਬਲੈਕ ਮਨੀ ਹੈਗੀ ਤੁਸੀਂ ਵਾਈਟ ਕਰ ਲਓ। ਉਹਨਾਂ ਨੇ ਕਿਉਂ ਸਾਨੂੰ 1 ਸਾਲ ਤੱਕ ਫ੍ਰੀ ਡਾਟਾ ਦਿੱਤਾ ਜਦੋਂ ਹੀ ਨੋਟਬੰਦੀ ਹੋਈ ਸੀ? ਹੁਣ ਮੈਂ ਗੱਲ ਕਰਦੀ ਹਾਂ ਸੈਕਿੰਡ ਮੁੱਦੇ ਦੇ ਉੱਤੇ, ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੁੱਦਾ ਹੈਗਾ ਅਤੇ ਜਿਹਦੇ ਵੱਲ ਸਰਕਾਰਾਂ ਬਿਲਕੁਲ ਧਿਆਨ ਨਹੀਂ ਦੇ ਰਹੀਆਂ। ਅੱਜ ਕੱਲ੍ਹ ਯੂਥ ਕੀ ਕਰ ਰਿਹਾ? +2 ਕਰਦੇ ਆ ਮੁੰਡੇ ਕੁੜੀਆਂ, ਠੀਕ ਆ, ਐਂਡ ਉਸ ਤੋਂ ਬਾਅਦ ਆਈਲਸ ਕਰਦੇ ਆ, ਸਿੱਧਾ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਵੀਜ਼ਾ ਲਗਵਾਉਂਦੇ ਨੇ ਉਹ, ਐਂਡ ਬਾਹਰ ਜਾਣ ਦੀ ਉਹ ਟਰਾਈ ਕਰਦੇ ਨੇ। ਕਦੀ ਕਿਸੇ ਸਰਕਾਰ ਨੇ ਇਹ ਚੀਜ਼ ਸੋਚੀ ਕਿ ਪੰਜਾਬ ਦੇ ਵਿੱਚ ਕਿੰਨੇ ਕੁ ਇੰਜੀਨੀਅਰਿੰਗ ਕਾਲਜ ਜੋ ਕਿ ਬੰਦ ਪੈ ਚੁੱਕੇ ਨੇ, ਕਿਉਂਕਿ ਬੱਚੇ ਹੀ ਨਹੀਂ ਆਉਣਗੇ ਤਾਂ ਕਾਲਜ ਕਿਵੇਂ ਚੱਲਣਗੇ? ਇੰਡੀਆ ਦਾ ਯੂਥ ਇੰਡੀਆ ਦੇ ਵਿੱਚ ਹੀ ਨਹੀਂ ਰਹਿ ਰਿਹਾ। ਕਦੀ ਸਰਕਾਰਾਂ ਨੇ ਇਹ ਸੋਚੀ ਆ ਕਿ ਕਿਉਂ ਨਹੀਂ ਰਹਿ ਰਿਹਾ ਉਹ ਇੰਡੀਆ ਦੇ ਵਿੱਚ? ਕਿਉਂਕਿ ਇੱਥੇ ਫੈਸਿਲਿਟੀਜ਼ ਨਹੀਂ ਪ੍ਰੋਵਾਈਡ ਕੀਤਾ ਜਾਂਦੀਆਂ। ਬੱਚਿਆਂ ਨੂੰ ਐਂ ਲੱਗਦਾ, ਯੂਥ ਨੂੰ ਐਂ ਲੱਗਦਾ ਕਿ ਜੇ ਉਹ ਬਾਹਰ ਜਾਊਗੇ, ਉੱਥੇ ਪੜ੍ਹੂਗੇ, ਨਾਲ ਦੇ ਨਾਲ ਕਮਾਈ ਕਰੂਗੇ, ਉਹਨਾਂ ਦੀ ਮਿਹਨਤ ਦਾ ਮੁੱਲ ਤਾਂ ਪਊਗਾ।
ਇੱਥੇ ਤੁਸੀਂ ਡਿਗਰੀਆਂ ਲੈ ਕੇ ਬੈਠੇ ਰਹੋ, ਠੀਕ ਆ। ਤੁਸੀਂ ਪਹਿਲਾਂ ਗ੍ਰੈਜੂਏਸ਼ਨ ਕਰੋ, +2 ਵਾਲਾ ਕਰੋ, ਫਿਰ ਤੁਸੀਂ ਗ੍ਰੈਜੂਏਸ਼ਨ ਕਰੋ, ਫਿਰ ਤੁਸੀਂ ਮਾਸਟਰਸ ਕਰੋ, ਫਿਰ ਤੁਸੀਂ PhD ਵੀ ਕਰੋ। ਸਟਿਲ ਯੂ ਆਰ ਸਿਟਿੰਗ, ਠੀਕ ਹੈ, ਤੁਸੀਂ ਬੈਠੇ ਹੋ। ਇੰਨਾ ਜ਼ਿਆਦਾ ਐਜੂਕੇਸ਼ਨ ਦਾ ਬੁਰਾ ਹਾਲ ਹੋ ਚੁੱਕਿਆ, ਕਿਸੇ ਵੀ ਸਰਕਾਰ ਨੇ, ਈਵਨ ਕਿਸੇ ਬੰਦੇ ਨੇ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ, ਕਿਸੇ ਨੇ ਇਸ ਮੁੱਦੇ ਨੂੰ ਚੱਕਿਆ ਹੀ ਨਹੀਂ। ਇਹਦੀ ਅਗੇਂਸਟ ਕਿਉਂ ਪ੍ਰੋਟੈਸਟ ਨਹੀਂ ਹੁੰਦੇ? ਬੇਰੁਜ਼ਗਾਰੀ ਇਸੇ ਕਰਕੇ ਤਾਂ ਵੱਧ ਰਹੀ ਆ, ਕਿਉਂਕਿ ਇੱਥੇ ਸਾਨੂੰ ਓਪਰਚੁਨਿਟੀਜ਼ ਨਹੀਂ ਮਿਲ ਰਹੀ। ਸਾਡੀ ਗਵਰਨਮੈਂਟ ਸਾਨੂੰ ਉਹ ਓਪਰਚੁਨਿਟੀਜ਼ ਨਹੀਂ ਪ੍ਰੋਵਾਈਡ ਕਰ ਰਹੀਆਂ ਜੋ ਕਿ ਬਾਹਰਲੀਆਂ ਕੰਟਰੀਜ਼ ਸਾਡੀ ਯੂਥ ਨੂੰ ਜੋ ਪ੍ਰੋਵਾਈਡ ਕਰ ਰਹੇ ਨੇ। ਉੱਥੇ ਮਿਹਨਤ ਕਰਦੇ ਨੇ, ਉਹਨਾਂ ਦੀ ਮਿਹਨਤ ਦਾ ਉੱਥੇ ਮੁੱਲ ਪੈਂਦਾ ਆ। ਕੀ ਹੋ ਚੁੱਕਾ ਆ? ਪੰਜਾਬ ਨੂੰ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ। ਕੀ ਹੋ ਚੁੱਕਾ ਪੰਜਾਬ ਨੂੰ? ਜਾਂ ਕੀ ਇਹ ਸਰਕਾਰਾਂ ਸਾਨੂੰ ਲੜਾਉਣਾ ਚਾਹ ਰਹੀਆਂ ਨੇ? ਇਹ ਜੋ ਪ੍ਰੋਟੈਸਟ ਹੋ ਰਹੇ ਨੇ, ਮੇਨ ਚੀਜ਼ ਹੈਗੀ ਹੈ ਨਾ ਕਿ ਤੁਸੀਂ ਕਿਸਾਨ ਨੂੰ ਲਾਈਕ ਉਹਦੇ ਸਾਰੇ ਅਧਿਕਾਰ ਖੋ ਰਹੇ ਹੋ, ਸਾਰੇ ਰਾਈਟਸ ਖੋ ਰਹੇ ਹੋ। ਉਹ ਆਪਣੀ ਹੀ ਜ਼ਮੀਨ ਦੇ ਉੱਤੇ ਇੱਕ ਮਜ਼ਦੂਰ ਬਣ ਕੇ ਰਹਿ ਰਿਹਾ ਆ। ਇਹ ਸਾਰੇ ਮੁੱਦੇ ਰਲੇ ਮਿਲਵੇਂ ਨੇ ਜੇ ਅਸੀਂ ਧਿਆਨ ਦਈਏ ਤਾਂ। ਸੋ ਲੋੜ ਹੈ ਸੋਚਣ ਦੀ, ਠੀਕ ਹੈ। ਐਂਡ ਮੈਂ ਖੁਦ ਇਸ ਜੋ ਬਿੱਲ ਪਾਸ ਕੀਤਾ ਗਿਆ ਸੀ, ਜੋ ਕਿ ਹੁਣ ਲਾਅ ਬਣ ਚੁੱਕਾ, ਉਹਦੇ ਮੈਂ ਫੇਵਰ ਵਿੱਚ ਨਹੀਂ ਹੈਗੀ। ਸੋ ਮੈਂ ਅਪੀਲ ਕਰੂੰਗੀ ਕਿ ਜੋ ਵੀ ਯੂਥ ਹੈ ਸਾਡਾ, ਜੋ ਹੋਰ ਵੀ ਤੁਹਾਨੂੰ ਲੱਗਦਾ ਆ ਕਿ ਹਾਂ ਬਿਕਾਜ਼, ਜਾਂ ਇੱਕ ਹੋਰ ਚੀਜ਼ ਦੀ ਬਾਰੇ ਮੈਂ ਗੱਲ ਕਰਨੀ ਸੀ। ਅਸੀਂ ਵੋਟ ਆਪਣੀ ਦਿੰਦੇ ਆ, ਹੈ ਨਾ, ਕਿ ਅਸੀਂ ਕਦੀ ਵੀ ਸੋਚ ਕੇ ਵੋਟ ਕਰਦੇ ਆ? ਅਸੀਂ ਅਕਾਲੀਆਂ ਦੀ ਸਰਕਾਰ ਵੀ ਵੇਖੀ, ਅਸੀਂ ਹੁਣ ਕਾਂਗਰਸ ਦੀ ਸਰਕਾਰ ਵੀ ਵੇਖੀ, ਲਾਈਕ ਕਾਫੀ ਟਾਈਮ ਤੋਂ ਵੀ ਵੇਖਦੇ ਆ ਰਹੇ ਆ, ਠੀਕ ਆ। ਟੋਲ ਪਲਾਜ਼ਾਸ ਜਿਹੜੇ ਸੀਗੇ ਉਹ ਜਿਹੜੇ ਐਕਸ ਸਰਵਿਸਮੈਨ ਸੀ ਉਹਨਾਂ ਵਾਸਤੇ ਫ੍ਰੀ ਹੁੰਦੇ ਸੀ। ਹੁਣ ਉਹਨਾਂ ਨੂੰ ਉਹ ਟੋਲ ਪੇ ਕਰਨਾ ਪੈਂਦਾ ਆ। ਪਹਿਲਾਂ ਫ੍ਰੀ ਸੀ, ਹੁਣ ਪੇ ਕਰਨਾ ਪੈਂਦਾ ਆ। ਕਿ ਇਹਦੇ ਲਈ ਕੋਈ ਸਟੈਪ ਨਹੀਂ ਹੋਣਾ ਚਾਹੀਦਾ? ਮੈਂ ਤੁਹਾਨੂੰ ਇਹ ਗੱਲ ਇਸ ਲਈ ਕਰ ਰਹੀ ਹਾਂ ਕਿਉਂਕਿ ਅਕਾਲੀਆਂ ਦੀ ਸਰਕਾਰ ਨੂੰ ਵੀ ਅਸੀਂ ਦੇਖ ਚੁੱਕੇ ਹਾਂ ਜਿਨ੍ਹਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ। ਐਂਡ ਕਾਂਗਰਸ ਦੀ ਸਰਕਾਰ ਦੇਖ ਚੁੱਕੇ ਹਾਂ ਜਿਨ੍ਹਾਂ ਨੇ ਆਪਣੇ ਸਮੇਂ 'ਚ ਜਦੋਂ ਵੋਟਾਂ ਸੀਗੀਆਂ ਉਦੋਂ ਤੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ, ਸਮਾਰਟਫੋਨ ਪ੍ਰੋਵਾਈਡ ਕਰਾਂਗੇ, ਘਰ ਘਰ ਨੌਕਰੀ ਪ੍ਰੋਵਾਈਡ ਕਰਾਂਗੇ। ਕਿ ਮੈਨੂੰ ਤੁਸੀਂ ਪਲੀਜ਼ ਜੋ ਵੀ ਮੇਰੀ ਵੀਡੀਓ ਦੇਖ ਰਹੇ ਹੋ, ਪਲੀਜ਼ ਮੈਨੂੰ ਇੰਨਾ ਕੁ ਦੱਸ ਦਿਓ ਕਿ ਕਿੰਨੇ ਕੁ ਲੋਕਾਂ ਨੂੰ ਸਮਾਰਟਫੋਨ ਮਿਲੇ ਨੇ ਔਰ ਕਿੰਨੇ ਕੁ ਲੋਕਾਂ ਨੂੰ ਨੌਕਰੀਆਂ ਮਿਲੀਆਂ ਨੇ। ਕਿ ਤੁਸੀਂ ਇੱਕ ਲਾਲਚ ਦੇਖ ਕੇ ਵੋਟ ਕਰ ਦਿੰਦੇ ਹੋ? ਕਿੰਨੀ ਕੁ ਵਾਰ ਬੇਵਕੂਫ ਬਣੋਗੇ? ਕਿੰਨੀ ਕੁ ਵਾਰ ਤੁਸੀਂ ਲਾਈਕ ਗਲਤ ਸਰਕਾਰਾਂ ਨੂੰ ਚੂਜ਼ ਕਰੋਗੇ ਔਰ ਆਪਣੇ ਲਾਈਕ ਸਟੇਟ ਨੂੰ ਡਿਵੈਲਪਮੈਂਟ, ਤੁਸੀਂ ਕਹਿ ਸਕਦੇ ਹੋ, ਡਿਵੈਲਪਮੈਂਟ ਨਹੀਂ ਹੋਣ ਦਿਓਗੇ। ਸੋ ਮੈਂ ਚਾਹੁੰਦੀ ਹਾਂ, ਮੇਰਾ ਹੱਕ ਆ, ਮੈਂ ਬੋਲ ਸਕਦੀ ਹਾਂ, ਮੇਰੀ ਇੱਕ ਖੁਦ ਦਾ ਆ ਕਿ ਅਸੀਂ ਕਿਉਂ ਨਾ ਤੀਸਰੀ ਜੋ ਸਾਡੀ ਹੈਗੀ ਆ ਇੱਕ ਪਾਰਟੀ ਆ, ਆਮ ਆਦਮੀ ਪਾਰਟੀ। ਪਹਿਲੀ ਗੱਲ ਇਹ, ਮੈਂ ਕਿਸੇ ਵੀ ਪਾਰਟੀ ਨੂੰ ਸਪੋਰਟ ਨਹੀਂ ਕਰਦੀ, ਓਕੇ, ਬਟ ਦ ਥਿੰਗ ਇਜ਼ ਕਿ ਜੇ ਅਸੀਂ ਦੋਨਾਂ ਪਾਰਟੀਜ਼ ਨੂੰ ਵੇਖ ਚੁੱਕੇ ਹਾਂ ਦੈਨ ਕਿਉਂ ਨਾ ਅਸੀਂ ਇੱਕ ਵਾਰੀ ਚਾਂਸ ਦੇ ਕੇ ਦੇਖੀਏ ਆਮ ਆਦਮੀ ਪਾਰਟੀ ਨੂੰ। ਅਸੀਂ ਇੱਕ ਟਰਾਈ ਤਾਂ ਕਰ ਸਕਦੇ ਹਾਂ ਨਾ। ਜੇ ਅਸੀਂ ਚਾਹੁੰਦੇ ਹਾਂ, ਜੇ ਅਸੀਂ ਸੁਧਾਰ ਲਿਆਉਣਾ ਚਾਹੁੰਦੇ ਹਾਂ, ਕਿਉਂ ਨਹੀਂ ਅਸੀਂ ਟਰਾਈ ਕਰ ਸਕਦੇ? ਸੋ ਪਲੀਜ਼ ਤੁਹਾਡਾ ਹਰ ਇੱਕ ਵੋਟ ਬਹੁਤ ਜ਼ਿਆਦਾ ਕੀਮਤੀ ਆ, ਇਹਨੂੰ ਵੇਸਟ ਨਾ ਕਰਿਆ ਕਰੋ ਸ਼ਰਾਬ ਦੀਆਂ ਬੋਤਲਾਂ ਤੇ ਚੰਦ ਪੈਸਿਆਂ ਦੇ ਉੱਤੇ, ਵੱਡੇ ਵੱਡੇ ਵਾਅਦਿਆਂ ਦੇ ਉੱਤੇ ਨਾ ਡੁੱਲਿਆ ਕਰੋ। ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਸਮਝ ਆਉਂਦੀ ਆ ਸਾਰੀ, ਸੋਚ ਸਮਝ ਕੇ ਫੈਸਲਾ ਲਿਆ ਕਰੋ। ਇੱਕ ਕਹਿੰਦੇ ਨਾ ਸਾਡੇ ਤਾਂ ਸ਼ੁਰੂ ਤੋਂ ਅਕਾਲੀ ਵੱਜਦੇ ਆਏ, ਅਸੀਂ ਤਾਂ ਅਕਾਲੀਆਂ ਨੂੰ ਵੋਟ ਪਾਉਣੀ ਆ, ਅਸੀਂ ਤਾਂ ਸ਼ੁਰੂ ਤੋਂ ਹੀ ਕਾਂਗਰਸੀ ਆ ਜੀ, ਅਸੀਂ ਤਾਂ ਕਾਂਗਰਸ ਨੂੰ ਵੋਟ ਪਾਉਣੀ ਆ। ਪਲੀਜ਼ ਆਪਣੇ ਬੱਚਿਆਂ ਦਾ ਜੀਵਨ ਨਾ ਖਰਾਬ ਕਰੋ, ਸਹੀ ਸਰਕਾਰ ਚੂਜ਼ ਕਰੋ। ਇਸ ਵਾਰ ਇੱਕ ਨਵੀਂ ਪਾਰਟੀ ਨੂੰ ਪਲੀਜ਼ ਵੋਟ ਕਰੋ, ਉਹਨਾਂ ਨੂੰ ਚਾਂਸ ਦਿਵੋ। ਸੋ ਇਹ ਸਭ ਮੇਰੇ ਕੁਝ
ਸਵਾਲ ਸੀਗੇ ਜੋ ਕਿ ਮੈਂ ਤੁਹਾਡੇ ਸਭ ਨਾਲ ਡਿਸਕਸ ਕਰਨਾ ਚਾਹੁੰਦੀ ਸੀਗੀ। ਸੋ ਮੈਨੂੰ ਪਲੀਜ਼ ਦੱਸਣਾ ਕਿ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਇਹਨਾਂ ਬਾਰੇ ਕੀ ਫੀਲ ਕਰਦੇ ਹੋ। ਐਂਡ ਆਪਣਾ ਪਲੀਜ਼ ਕਮੈਂਟ 'ਚ ਕਰ ਦੇਣਾ ਮੈਨੂੰ ਪਲੀਜ਼, ਸੋ ਦੈਟ ਕਿ ਮੈਨੂੰ ਪਤਾ ਲੱਗੇ ਕਿ ਸਾਡੀ ਯੂਥ ਕਿੰਨੀ ਕੁ ਅਵੇਅਰ ਹੈਗੀ ਆ ਐਂਡ ਕਿੰਨੇ ਕੁ ਲੋਕ ਮਤਲਬ ਕਿ ਇਹ ਸਭ ਚੀਜ਼ਾਂ ਜੋ ਮੈਂ ਫੀਲ ਕਰਦੀ ਹਾਂ ਉਹ ਸਭ ਫੀਲ ਕਰਦੇ ਨੇ। ਸੋ ਮਿਲਦੇ ਹਾਂ ਅਸੀਂ ਆਪਣੀ ਨੈਕਸਟ ਵੀਡੀਓ 'ਚ ਐਂਡ ਉਦੋਂ ਮੈਂ ਕੋਈ ਹੋਰ ਟੌਪਿਕ ਲੈ ਕੇ ਆਵਾਂਗੀ। ਸੋ ਤਦ ਤੱਕ ਲਈ ਧੰਨਵਾਦ ਜੀ।